ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀਓ। ਕਲਗੀਆਂ ਵਾਲੇ ਬਾਜਾਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਜੀ ਦੀਆਂ ਸੰਗਤਾਂ ਪੂਰੀ ਦੁਨੀਆ ਦੇ ਵਿੱਚ, ਸੰਸਾਰ ਭਰ ਦੇ ਵਿੱਚ ਭਰੀਆਂ ਹੋਈਆਂ ਹਨ, ਨਾਮ ਜਪ ਰਹੀਆਂ ਹਨ, ਸਿਮਰਨ ਕਰ ਰਹੀਆਂ ਹਨ, ਅਕਾਲ ਪੁਰਖ ਜੀ ਦਾ ਬੰਦਗੀ ਕਰ ਰਹੀਆਂ ਹਨ, ਹੁਕਮ ਨੂੰ ਮੰਨਦੀਆਂ ਹਨ। ਕਰ ਬੰਦਗੀ ਛਾੜ ਮੈਂ ਮੇਰਾ, ਮੈਨੂੰ ਛੱਡ ਕੇ, ਜਿਵੇਂ ਸਤਿਗੁਰਾਂ ਦੇ ਬਚਨ ਹਨ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਵਾਹਿਗੁਰੂ ਜੀ ਨੂੰ ਧਿਆਉਂਦੀਆਂ ਹਨ, ਨਾਮ ਜਪਦੀਆਂ ਹਨ। ਜਿਨੇ ਨਾਮ ਤੇ ਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਆਪ ਜੀ ਨੇ ਪਹਿਲੀ ਪੌੜੀ ਤੱਕ ਜਪਜੀ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਸਰਵਣ ਕੀਤੀ ਸੀ। ਇੱਥੇ ਆਪਾਂ ਬਚਨ ਪੜ੍ਹੇ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। So how can you become truthful, and how can the veil of illusion be torn away? How to break the wall of lies, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਰਹਿਣਾ, ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਚੱਲਣਾ, ਜੋ ਹਰ ਇੱਕ ਦੇ, ਜੋ ਵੀ ਦੁਨੀਆ ਤੇ ਆਇਆ ਹੈ ਉਹਦੇ ਨਾਲ ਲਿਖਿਆ ਹੋਇਆ ਹੈ। ਇਹ ਵੱਖਰੀ ਗੱਲ ਹੈ ਦੁਨੀਆ ਵਿੱਚ ਆ ਕੇ ਭੁੱਲ ਜਾਂਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਮੈਂ ਕੀ ਵਾਅਦੇ ਕੀਤੇ ਹਨ। ਮਾਂ ਦੀ ਕੁੱਖ ਤੋਂ ਜਦੋਂ ਜਨਮ ਲੈ ਲਵਾਂਗਾ, ਸਵਾਸ ਸਵਾਸ, ਜਿਵੇਂ ਮਾਤਾ ਦੀ ਕੁੱਖ ਵਿੱਚ ਸਿਮਰਨ ਕਰ ਰਿਹਾ ਸੀ, ਦੁਨੀਆ ਦੇ ਵਿੱਚ ਵੀ ਜਾ ਕੇ ਮੈਂ ਸਿਮਰਨ ਕਰਾਂਗਾ। ਪਰ ਦੁਨੀਆ ਵਿੱਚ ਆ ਕੇ ਜਦੋਂ ਦੁਨੀਆ ਦੀ ਹਵਾ ਲੱਗ ਜਾਂਦੀ ਹੈ, ਲਾਗਤ ਪਵਨ ਖਸਮ ਵਿਸਰਾਇਆ, ਆਪਣੇ ਖਸਮ ਨੂੰ, ਮਾਲਿਕ ਨੂੰ, ਵਾਹਿਗੁਰੂ ਜੀ ਨੂੰ, ਅਕਾਲ ਪੁਰਖ ਜੀ ਨੂੰ ਇਹ ਬੰਦਾ ਭੁੱਲ ਜਾਂਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਰਿਆਂ ਤੇ ਵਾਹਿਗੁਰੂ ਜੀ ਦਾ ਹੁਕਮ ਵਰਤ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, it is written that you shall obey the order of his command and walk in the way of his will। ਅੱਜ ਦੂਜੀ ਪੌੜੀ ਆਪ ਦੀ ਸਰਵਣ ਕਰੋ। ਜੇ ਗੁਰੂ ਕਿਰਪਾ ਕਰਨਗੇ, ਹੌਲੀ ਹੌਲੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋ ਜਾਵੇਗੀ, ਕਿਉਂਕਿ ਦਇਆ ਮਿਹਰ ਜਿਹੜੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਰਨੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਦੁਨੀਆ ਭਰ ਦੇ ਵਿੱਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸੰਸਾਰ ਦੇ ਜੀ ਜਪ ਰਹੇ ਹਨ। ਪੂਰੇ ਜਗਤ ਦੇ ਜੀਵ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਪਣੀ ਰਸਨਾ ਦੇ ਨਾਲ ਆਖਦੇ ਹਨ, ਜਗਤ ਗੁਰੂ ਗੁਰੂ ਨਾਨਕ ਦੇਓ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦੂਜੀ ਪੌੜੀ
ਸਰਵਣ ਕਰਨ ਦੀ ਕਿਰਪਾਲਤਾ ਕਰੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਜਿੰਨੀਆਂ ਵੀ ਆਲ ਵਰਲਡ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਹਨ, ਆਪ ਵੀ ਕਿਰਪਾ ਕਰਨੀ, ਕਿਉਂਕਿ ਸੰਗਤ ਬੜੀ ਵੱਡੀ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਦਾਸ ਪੜ੍ਹਦਾ ਜਾਵੇ, ਆਪਣੇ ਕੰਨਾਂ ਦੇ ਨਾਲ ਸੁਣਦਾ ਵੀ ਜਾਵੇ, ਆਪ ਵੀ ਸਾਧ ਸੰਗਤ ਨਾਲ ਨਾਲ ਗੁਰਬਾਣੀ ਪੜ੍ਹੋ ਵੀ ਤੇ ਆਪਣੇ ਸਰਵਣਾ ਕੰਨਾਂ ਦੇ ਨਾਲ ਸਰਵਣ ਵੀ ਕਰੋ। ਇਹ ਸਰਵਣ ਹੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਹਨ। 1 ਜਪਜੀ ਸਾਹਿਬ ਜੀ ਦੇ ਵਿੱਚੋਂ ਦਾਸਰਾ ਕਥਾ ਕਰ ਰਿਹਾ ਹੈ। ਦੂਜੀ ਪੌੜੀ ਹੈ। ਹੁਕਮੀ ਹੋਵਨ ਆਕਾਰ, ਦੁਨੀਆ ਤੇ ਜਿੰਨੀਆਂ ਸ਼ਕਲਾਂ ਸੂਰਤਾਂ ਹਨ, ਅੰਡਜ, ਜੇਰਜ, ਉਤਪੁਜ, ਸੇਤਜ, ਸੇਤਜ ਹਨ, ਮੈਲ ਵਿੱਚ ਜਿਹੜੇ ਕੀੜੇ ਹਨ, ਮੈਲ ਵਿੱਚ ਰਹਿ ਰਹੇ ਹਨ। ਆਂਡਿਆਂ ਤੋਂ ਜੋ ਦੁਨੀਆ ਬਣੀ ਹੋਈ ਹੈ, ਜੇਰਜ ਜਿਵੇਂ ਅਸੀਂ ਜੇਰ ਤੋਂ ਆਏ ਹਾਂ, ਜਦੋਂ ਸਾਡਾ ਜਨਮ ਹੁੰਦਾ ਹੈ ਪਿੱਛੋਂ ਜੇਰ ਵੀ ਆ ਜਾਂਦੀ ਹੈ। ਅਸੀਂ ਜੇਰਜ ਤੋਂ ਹਾਂ, ਮਾਂ ਦੀ ਕੁੱਖ ਵਿੱਚ ਲਪੇਟੇ ਹੋਏ ਹੁੰਦੇ ਹਾਂ। ਸਮਾਂ ਆਉਣ ਤੇ ਜਦੋਂ ਹੁਕਮ ਹੋ ਜਾਂਦਾ ਹੈ, ਮਾਂ ਤੋਂ ਡਿਟੈਚ ਹੋ ਜਾਈਦਾ ਹੈ, ਨਾੜੂ ਕੱਟ ਦਿੱਤਾ ਜਾਂਦਾ ਹੈ। ਮਾਂ ਤੋਂ ਜਿਹੜੇ ਜੋੜ ਹਨ 9-10 ਮਹੀਨੇ ਦੇ ਡਿਸਕਨੈਕਟਡ ਹੋ ਜਾਂਦੇ ਹਨ ਸਰੀਰ ਕਰਕੇ। ਉਂਝ ਮਾਂ ਸੇਵਾ ਕਰਦੀ ਰਹਿੰਦੀ ਹੈ, ਕਰਦੀ ਰਹਿੰਦੀ ਹੈ, ਕਰਦੀ ਰਹਿੰਦੀ ਹੈ। ਸੇਵਾ ਕਰ ਕਰਕੇ ਬਿਰਧ ਹੋ ਜਾਂਦੀ ਹੈ, ਬੱਚਿਆਂ ਨੂੰ ਪਾਲ ਪਾਲ ਕੇ। ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਜਿੰਨੇ ਵੀ ਆਕਾਰ ਹਨ, ਦਰਖਤਾਂ ਦੇ, ਪਹਾੜਾਂ ਦੇ, ਸਮੁੰਦਰਾਂ ਦੇ, ਪੰਛੀਆਂ ਦੇ, ਮਨੁੱਖਾਂ ਦੇ, ਪਤਾ ਨਹੀਂ ਕਿਤਨੇ ਆਕਾਰ ਹਨ, ਸਰੂਪ ਹਨ। ਇਹ ਜਿੰਨੇ ਵੀ ਆਕਾਰ ਬਣਦੇ ਹਨ, ਅਸੀਂ ਵੀ ਜੇ 10-10, 9-9, 10-10 ਮਹੀਨੇ ਮਾਂ ਦੀ ਕੁੱਖ ਵਿੱਚ ਰਹਿ ਕੇ ਆਉਂਦੇ ਹਾਂ, ਉਹਦਾ ਨਾਮ ਜਪਦੇ ਰਹਿੰਦੇ ਹਾਂ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਮਾਂ ਦੀ ਕੁੱਖ ਵਿੱਚ ਵੀ ਪੁੱਠੇ ਲਟਕੇ ਵੀ ਨਾਮ ਜਪਦੇ ਰਹਿੰਦੇ ਸੀ। ਕਿਉਂ ਦੁਨੀਆ ਤੇ ਆ ਕੇ ਭੁੱਲ ਗਿਆ ਹੈ ਉਸ ਵਾਹਿਗੁਰੂ ਜੀ ਦਾ ਨਾਮ, ਸਤਨਾਮ ਜੀ ਦਾ ਨਾਮ। ਕਿਉਂ ਨਹੀਂ ਪੜ੍ਹਦੇ, ਕਿਉਂ ਨਹੀਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਮੰਨਦੇ, ਜਪ ਮਨ ਸਤਨਾਮ, ਸਦਾ ਸਤਨਾਮ। ਇਹ ਜਿੰਨੇ ਵੀ ਆਕਾਰ ਹਨ, ਸ਼ਕਲਾਂ, ਸੂਰਤਾਂ, ਮੂਰਤਾਂ, ਜੋ ਕੁਝ ਵੀ ਦਿਸ ਰਿਹਾ ਹੈ, ਇਹਨਾਂ ਦੀਦਿਆਂ ਨਾਲ, ਇਹਨਾਂ ਅੱਖਾਂ ਦੇ ਨਾਲ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਬਣ ਰਿਹਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਜਿੰਨੇ ਵੀ ਆਕਾਰ ਹਨ, ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਸਰੀਰ ਬਣ ਰਹੇ ਹਨ, ਭਾਵੇਂ ਕਿਸੇ ਦੇ ਵੀ ਹਨ ਚੌਹਾਂ ਖਾਣੀਆਂ ਦੇ ਵਿੱਚ। ਕਿਵੇਂ ਵਾਹਿਗੁਰੂ ਹੁਕਮ ਕਰਦੇ ਹਨ, ਇਹ ਹੁਕਮ ਉਹਨਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਹੁਕਮ ਨਾ ਕਹਿਆ ਜਾਈ। ਵਾਹਿਗੁਰੂ ਧੰਨ ਗੁਰੂ ਨਾਨਕ, ਤੁਸੀਂ ਧੰਨ ਹੋ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਐਕਸਪਲੇਨਸ ਇਨ ਦਾ ਗੁਰਬਾਣੀ। ਇਹ ਦੂਜੀ ਪੌੜੀ ਦੀ ਕਥਾ ਹੈ। ਬਾਏ ਹਿਸ ਕਮਾਂਡ, ਵਾਹਿਗੁਰੂ ਜੀ's command, bodies are created.
ਹੁਕਮ ਨਾ ਕਹਿਆ ਜਾਈ, ਹਿਸ ਕਮਾਂਡ ਕੈਨ ਨਾਟ ਬੀ ਡਿਸਕ੍ਰਾਈਬਡ। ਵਾਹਿਗੁਰੂ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਵਾਹਿਗੁਰੂ 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 ਵਾਹਿਗੁਰੂ। ਸਤਨਾਮ 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 ਸਤਨਾਮ। ਵਾਹਿਗੁਰੂ 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 ਵਾਹਿਗੁਰੂ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਅਕਾਲ ਪੁਰਖ ਜੀ ਦੇ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਦੁਨੀਆ ਤੇ ਜੀਵ ਜਿਹੜੇ ਹਨ, ਭਾਵੇਂ ਉਹ ਮਾਨਸ ਹਨ, ਭਾਵੇਂ ਫਲ ਬੂਟੇ ਹਨ, ਦਰਖਤ ਹਨ, ਜੰਗਲ ਹਨ, ਭਾਵੇਂ ਐਨੀਮਲਸ ਹਨ, ਕੋਈ ਵੀ ਜੀਵ ਜਿਹੜਾ ਹੈ ਆਂਡਿਆਂ ਤੋਂ, ਜੇਰਜ ਤੋਂ, ਸੇਤਜ ਮੈਲ ਤੋਂ ਉਤਪੁੱਜ ਸਾਰੀ ਵਣਾਸਪਤੀ ਜਿਹੜੀ ਹੈ, ਬੂਟੇ ਹਨ, ਜੰਗਲ ਹਨ, ਜਿਹੜੇ ਵੀ ਜਨਮ ਲੈਂਦੇ ਹਨ, ਜਿਹੜੇ ਮਾਨਸ ਵੀ ਜਨਮ ਲੈਂਦੇ ਹਨ, ਹੁਕਮ ਅਨੁਸਾਰ ਹੀ ਜਨਮ ਲੈਂਦੇ ਹਨ। ਤੇ ਜਾਣ ਦਾ ਸਮਾਂ ਵੀ ਨਾਲ ਲਿਖਾ ਕੇ ਆਉਂਦੇ ਹਨ। ਮਰਨ ਲਿਖਾਏ ਮੰਡਲ ਮਹਿ ਆਏ। ਆ ਦੁਨੀਆ ਜਿਹੜੀ ਹੈ, ਇਹਦਾ ਨਾਮ ਹੈ ਗੁਰਬਾਣੀ ਦੇ ਵਿੱਚ ਮਿਰਤ ਮੰਡਲ। ਸਦਾ ਕੋਈ ਨਹੀਂ ਜਿਉਂਦਾ ਰਹਿੰਦਾ। ਮਿਰਤ ਮੰਡਲ ਵਿੱਚ ਜਨਮ ਹੋਇਆ ਹੈ ਤੇ ਮਿਰਤ ਮੰਡਲ ਵਿੱਚ ਇੱਕ ਦਿਨ ਮਿਰਤੂ ਹੋ ਜਾਣਾ ਹੈ। ਮਿਰਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ। ਰੇਤਾਂ ਦੇ ਘਰ ਕਿੱਥੇ ਟਿਕਦੇ ਨੇ? ਜਿਹੜੇ ਰੇਤ ਦੇ ਘਰ ਬਣਦੇ ਨੇ, ਕਦੋਂ ਟਿਕਦੇ ਨੇ? ਢਹਿ ਪੈਂਦੇ ਨੇ, ਡਿੱਗ ਪੈਂਦੇ ਨੇ, ਛੱਤਾਂ ਡਿੱਗ ਪੈਂਦੀਆਂ ਹਨ, ਕਿਉਂਕਿ ਰੇਤ ਹੀ ਰੇਤ ਹੈ। ਆ ਦੇਹ ਵੀ ਡਿੱਗ ਪੈਂਦੀ ਹੈ, ਕਿਉਂਕਿ ਇਹ ਵੀ ਹਵਾ, ਮਿੱਟੀ, ਪਾਣੀ, ਅਗਨੀ, ਆਕਾਸ਼ ਦੀ ਬਣੀ ਹੋਈ ਹੈ। ਹੁਕਮ ਅਨੁਸਾਰ ਜਨਮ ਮਿਲਦਾ ਹੈ, ਬੜਾ ਕੀਮਤੀ ਜਨਮ ਹੈ ਹਿਊਮਨ ਬੋਡੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਇੰ ਗਿਰਹਿ, ਬਹੁਰ ਨਾ ਲਾਗਹਿ ਡਾਰ। ਦਰਖਤਾਂ ਨਾਲੋਂ ਅੰਬ ਟੁੱਟ ਜਾਂਦੇ ਹਨ, ਵੇਲਾਂ ਨਾਲੋਂ ਖਰਬੂਜੇ ਅਦਵਾਣੇ ਟੁੱਟ ਜਾਂਦੇ ਹਨ, ਮੁੜ ਕੇ ਕਦੋਂ ਜੁੜਦੇ ਨੇ ਨਾਲ? ਤਿਵੇਂ ਜਿਹੜੇ ਜੀ ਇੱਕ ਵਾਰੀ ਟੁੱਟ ਜਾਂਦੇ ਨੇ, ਪਹਿਲਾਂ ਜਨਮ ਲੈਂਦੇ ਹਨ, ਫਿਰ ਮਰ ਜਾਂਦੇ ਹਨ, ਫਿਰ ਕਦੋਂ ਕਦੀ ਮੇਲ ਹੁੰਦਾ ਹੈ। ਨਦੀਆਂ ਵਾਹ ਵਿਛੁੰਨੀਆਂ, ਮੇਲਾ ਸੰਜੋਗੀ ਰਾਮ। ਕਿਤੇ ਸੰਜੋਗਾਂ ਨਾਲ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਜਾ ਕੇ ਮੁੜ ਕੇ ਮੇਲ ਹੋਵੇ। ਜਿਵੇਂ ਨਦੀਆਂ ਦੇ ਪਾਣੀ ਵਿਛੜ ਜਾਂਦੇ ਨੇ, ਕਦੋਂ ਮਿਲਦੇ ਨੇ ਮੁੜ ਕੇ ਭਾਗਾਂ ਨਾਲ? ਖਬਰੇ ਕਦੋਂ ਮੇਲ ਹੋਣ। ਨਦੀਆਂ ਵਾਹੋ ਵਿਛੁੰਨੀਆਂ, ਮੇਲਾ ਸੰਜੋਗੀ ਰਾਮ। ਨਾਮ ਜਪਣ ਨਾਲ ਦਰਗਾਹ ਦੇ ਵਿੱਚ ਵਡਿਆਈ ਮਿਲਦੀ ਹੈ। ਨਾਮ ਜਪਣ ਨਾਲ ਹੀ ਦੁਨੀਆ ਦੇ ਵਿੱਚ ਵਡਿਆਈ ਮਿਲਦੀ ਹੈ। ਨਾਮ ਤੋਂ ਉੱਤੇ ਕੁਝ ਵੀ ਨਹੀਂ। ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ। ਕੋਈ ਵਿਰਲਾ ਜਨ ਜਿਹੜਾ ਹੈ, ਤੇਰੇ ਜਨ ਤੇ ਆਮ ਹੈ ਇੱਕ ਮਨ ਇੱਕ ਚਿੱਤ, ਉਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮ ਅਨੁਸਾਰ ਵਾਹਿਗੁਰੂ ਦੇ ਦਰ ਤੇ
ਵਡਿਆਈ ਮਿਲਦੀ ਹੈ। ਇੱਥੇ ਦੁਨੀਆ ਤੇ ਵੀ ਮਾਲਿਕ ਦੇ ਹੁਕਮ ਅਨੁਸਾਰ ਹੀ ਸੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ explains in the Gurbani, by his command souls come into being, by his command glory and greatness are obtained. ਹੁਕਮੀ ਉਤਮ ਨੀਚ ਆ ਉੱਤਮ ਜਨਮ ਹੈ। ਆ ਜਿਹੜੀ ਮਾਨਸ ਦੇਹ ਹੈ ਬੜੀ ਉੱਤਮ ਹੈ। ਹੋਰ ਦੀਆਂ ਜਿਹੜੀਆਂ ਹਨ ਕਈਆਂ ਨੂੰ ਨੀਵਾਂ ਥਾਂ ਮਿਲਿਆ ਹੋਇਆ ਹੈ, ਪਰ ਆ ਜਿਹੜਾ ਮਾਨਸ ਜਨਮ ਹੈ ਇਹ ਬੜਾ ਉੱਤਮ ਹੈ। ਇਸ ਜਨਮ ਦੇ ਵਿੱਚ ਇਹ ਮਨ, ਇਹ ਬੰਦਾ, ਇਹ ਜੀਵ, ਇਹ ਮਾਨਸ ਜਪ ਸਕਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜੋ ਆਨੰਦ ਇਸ ਜਨਮ ਦੇ ਵਿੱਚ ਹੈ, ਬੇਨਤੀ ਕਰਨੀ ਚਾਹੀਦੀ ਹੈ, ਮਾਧੋ ਜਨਮ ਤੁਮਹਾਰੇ ਲੇਖੇ, ਇਹੋ ਜਨਮ ਤੁਮਹਾਰੇ ਲੇਖੇ। ਵਾਹਿਗੁਰੂ ਜੀ ਤੁਸਾਂ ਜਨਮ ਦਿੱਤਾ ਹੈ, ਇਹ ਹਿਊਮਨ ਬੋਡੀ ਦਿੱਤੀ ਹੈ, ਸਰੀਰ ਦਿੱਤਾ ਹੈ। ਆਪਣੇ ਸਰੀਰ ਨੂੰ ਵੀ ਮਨ ਨੂੰ ਪੁੱਛਣਾ ਚਾਹੀਦਾ ਹੈ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਪਰ ਕਰੀਏ ਕੀ ਮਨ ਜੋ ਇਸ ਸਰੀਰ ਤੋਂ ਕਰਵਾਉਂਦਾ ਹੈ, ਉਹ ਸਰੀਰ ਕਰਦਾ ਰਹਿੰਦਾ ਹੈ। Our mind is organizer of the body. At the same time, whatever mind tells the body, body does the same as mind decided. ਤਾਈਓ ਕਹਿੰਦਾ ਮਨ ਗੁਰੂ ਨਾਲ ਜੁੜਿਆ ਰਹੇ। ਤਾਈਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤੇ ਹਨ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਜੁੜਿਆ ਰਿਹਾ ਕਰ ਆਪਣੇ ਵਾਹਿਗੁਰੂ ਜੀ ਦੇ ਨਾਲ, ਜਪਦਾ ਰਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ, ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਜੀਵ ਦੁਨੀਆ ਦੇ ਵਿੱਚ ਉੱਤਮ ਹਨ, ਨੀਚ ਹਨ, ਤੇ ਦੁੱਖ ਤੇ ਸੁੱਖ ਵੀ ਜੋ ਮਾਲਿਕ ਨੇ ਲਿਖ ਦਿੱਤੇ ਹਨ ਭਾਗਾਂ ਵਿੱਚ, ਕਿਸਮਤ ਵਿੱਚ, ਉਹੀਓ ਮਿਲਦੇ ਹਨ। As his decree is issued, so is his command obeyed. By his command, some are high and some are low. ਦੁਨੀਆ ਦੇ ਵਿੱਚ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਕੋਈ ਚੰਗਾ ਬਣ ਜਾਂਦਾ ਹੈ, ਕੋਈ ਮੰਦਾ ਬਣ ਜਾਂਦਾ ਹੈ। ਉਹ ਮੰਦੇ ਹੀ ਕਰਮ ਕਰੀ ਜਾਂਦਾ ਹੈ, ਭੈੜੇ ਕਰਮਾਂ ਵਿੱਚ ਹੀ ਲੱਗਾ ਰਹਿੰਦਾ ਹੈ। ਚੰਗੇ ਮੰਦੇ ਆਪ ਲਾਏ ਹਨ, ਕੀ ਕਰੀਏ। ਪਾਪ ਪੁੰਨ ਹਮਰੇ ਵਸ ਨਾਹੀਂ। ਜਿਵੇਂ ਵਾਹਿਗੁਰੂ ਜੀ ਚਲਾ ਰਹੇ ਹਨ ਤਿਵੇਂ ਜੀਵ ਚੱਲ ਰਹੇ ਹਨ। ਡੋਰੀ ਵਾਹਿਗੁਰੂ ਜੀ ਦੇ ਹੱਥ ਹੈ, ਪ੍ਰਭ ਡੋਰੀ ਹੱਥ ਤੁਮਾਰੇ। ਤਾਈਓ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲਗੀਆਂ ਵਾਲੇ, ਬਾਜਾਂ ਵਾਲੇ ਦਸਮੇਸ਼ ਪਿਤਾ ਜੀ ਨੇ ਅਰਦਾਸ ਨਾਲ ਜੋੜਿਆ ਹੈ, ਸਤਿਗੁਰੂ ਜੀ ਸਾਡੇ ਕੋਲੋਂ ਉਹ ਕਰਮ ਕਰਾਇਓ ਜਿਨ੍ਹਾਂ ਕਰਮਾਂ ਦਾ ਲੇਖਾ ਨਾ ਦੇਣਾ ਪਵੇ। ਲੇਖਾ ਕਤ ਹੈ ਨਾ ਛੋਟੀ, ਖਿਨ ਖਿਨ ਭੋਲਨ ਹਾਰ। ਜਦੋਂ ਜਾਵਾਂਗੇ ਲੇਖਾ ਮੰਗ ਲੈਣਾ ਹੈ ਮਾਲਿਕ ਨੇ, ਦੁਨੀਆ ਦੇਖ ਨਾ ਭੋਲ ਸਾਹਿਬ ਲੇਖਾ ਮੰਗਸੀ। ਦੁਨੀਆ ਦੇਖ ਨਾ ਭੂਲ, ਦੁਨੀਆ ਦੇਖ ਨਾ ਭੂਲ ਸਾਹਿਬ ਲੇਖਾ ਮੰਗਸੀ। ਦਿੱਲੀ ਦੇ ਰਾਗੀ ਸਨ, ਚਲੇ ਗਏ ਹਨ ਦੁਨੀਆ ਤੋਂ ਸਰੀਰ ਛੱਡ ਕੇ, ਪਰ ਸ਼ਬਦ ਅੱਜ ਵੀ ਉਹਨਾਂ ਦਾ ਸੰਗਤਾਂ ਸਰਵਣ ਕਰ ਰਹੀਆਂ ਹਨ।
ਦੁਨੀਆ ਦੇਖ ਨਾ ਭੂਲ, ਸਾਹਿਬ ਲੇਖਾ ਮੰਗਸੀ। ਦਾਸ ਵੀ ਸਰਵਣ ਕਰਦਾ ਹੈ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਬੰਦਾ ਚੰਗੇ ਕਰਮ ਕਰਦਾ ਹੈ, ਮੰਦੇ ਵੀ ਕਰਦਾ ਹੈ। ਐਸੀ ਖੇਡ ਚੱਲ ਰਹੀ ਹੈ ਦੁਨੀਆ ਤੇ। ਆਪੋ ਆਪਣੀ ਬਾਜੀ ਹਰ ਕੋਈ ਖੇਡ ਰਿਹਾ ਹੈ। ਇਹ ਤੇ ਅੱਗੇ ਜਾ ਕੇ ਪਤਾ ਲੱਗੇਗਾ ਕੌਣ ਕੀ ਕਰਕੇ ਆਇਆ ਹੈ। ਦੁੱਖ ਤੇ ਸੁੱਖ ਵੀ ਕਰਮਾਂ ਦੇ ਅਨੁਸਾਰ ਮਿਲ ਰਹੇ ਹਨ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਦੀ ਬਿਮਾਰ ਹੈ, ਕਦੀ ਤੰਦਰੁਸਤ ਹੈ, ਕਦੀ ਦੌੜਿਆ ਭੱਜਾ ਫਿਰਦਾ ਹੈ, ਕਦੀ ਇੱਕ ਕਦਮ ਵੀ ਨਹੀਂ ਚੱਲਿਆ ਜਾਂਦਾ। ਇਹ ਦੁੱਖ ਸੁੱਖ ਵੀ ਹੁਕਮ ਅਨੁਸਾਰ ਹੀ ਭੋਗੀ ਦੇ ਹਨ। By his command, some are high and some are low. By his written command, pain and pleasure are obtained. ਇਕ ਨਾ ਹੁਕਮੀ ਬਖਸ਼ੀਸ, ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਵਾਹਿਗੁਰੂ। ਕਈਆਂ ਬੰਦਿਆਂ ਤੇ ਮਾਨਸਾਂ ਤੇ ਮੇਲ ਹੋਵੇ, ਫੀਮੇਲ ਹੋਵੇ, ਬੰਦਾ ਹੋਵੇ ਤੇ ਭਾਵੇਂ ਬੰਦੀ ਹੋਵੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ ਮਾਲਕ ਦੀ। ਉਹ ਜੰਮਣ ਮਰਨ ਦੇ ਗੇੜ ਤੋਂ ਬਚ ਜਾਂਦੇ ਹਨ। ਨਾਮ ਜਪ ਜਪ ਕੇ, ਜਪ ਜਪ ਕੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਕ ਨਾ ਹੁਕਮੀ ਬਖਸ਼ੀਸ, ਹੁਕਮੀ ਹਨ ਵਾਹਿਗੁਰੂ ਜੀ, ਅਕਾਲ ਪੁਰਖ ਜੀ। ਕਈਆਂ ਤੇ ਮਾਲਕ ਦੀ ਐਸੀ ਬਖਸ਼ਿਸ਼ ਹੈ, ਨਿਤਨੇਮ ਕਰਦੇ ਹਨ, ਗੁਰਬਾਣੀ ਪੜ੍ਹਦੇ ਹਨ, ਦੁਨੀਆ ਦਾ ਭਲਾ ਲੋੜਦੇ ਹਨ, ਆਪਣੇ ਮਨ ਨੂੰ ਨੀਵਾਂ ਰੱਖਦੇ ਹਨ, ਕਹਿ ਦਿੰਦੇ ਹਨ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਗੁਰੂ ਦੇ ਦਰ ਤੇ ਜਾ ਕੇ ਆਪਣਾ ਮੱਥਾ ਟੇਕ ਦਿੰਦੇ ਹਨ। ਜਦੋਂ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੱਥਾ ਟੇਕਿਆ ਹੈ, ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਉਦੋਂ ਤੋਂ ਸਾਰਾ ਸਿੱਖ ਜਗਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਵੀ ਗੁਰੂ ਘਰ ਜਾਂਦਾ ਹੈ, ਮੱਥਾ ਟੇਕਦਾ ਹੈ, ਕਈ ਦੁੱਖ ਮਿਟ ਜਾਂਦੇ ਹਨ। ਕਈ ਮਾਲਕ ਨੂੰ ਭੁੱਲ ਕੇ, ਵਾਹਿਗੁਰੂ ਜੀ ਨੂੰ ਭੁੱਲ ਕੇ, ਅਕਾਲ ਪੁਰਖ ਜੀ ਨੂੰ ਭੁੱਲ ਕੇ, ਉਹਨਾਂ ਦੇ ਭਾਗਾਂ ਵਿੱਚ ਜੰਮਣਾ ਮਰਨਾ ਹੀ ਲਿਖਿਆ ਹੋਇਆ ਹੈ। ਨਰਕ ਕੂਪ ਮੈਂ ਗੋਤੇ ਖਾਵੇ, ਜਿਉਂ ਜਲ ਤੇ ਬਾਹਰ ਮੀਨਾ ਹੈ। ਉਹ ਬਾਰ-ਬਾਰ ਨਰਕਾਂ ਵਿੱਚ ਪਏ ਰਹਿੰਦੇ ਹਨ। ਜਿਵੇਂ ਮੱਛਲੀ ਜਿਹੜੀ ਹੈ ਪਾਣੀ ਤੋਂ ਬਾਹਰ ਕੱਢੋ ਤੇ ਤੜਫਦੀ ਹੈ, ਐਸੇ ਮਾਨਸ ਨਾ ਰਾਤੀ ਚੈਨ ਹੈ, ਨਾ ਦਿਨੇ ਚੈਨ ਹੈ, ਤੜਫਦੇ ਰਹਿੰਦੇ ਹਨ। ਜੇ ਕਿਤੇ ਨਾਮ ਜਪ ਲੈਣ ਮਾਲਿਕ ਦਾ, ਸਤਨਾਮ ਸ੍ਰੀ ਵਾਹਿਗੁਰੂ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਮਨ ਨੂੰ ਚੈਨ ਆਉਣ ਲੱਗ ਪੈਂਦਾ ਹੈ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕਈ ਭੰਮਦੇ ਰਹਿੰਦੇ ਹਨ, ਕਦੀ ਕੋਈ ਜਨਮ, ਕਦੀ ਕੋਈ ਜਨਮ,
ਅੱਗੇ ਵੀ ਖਬਰੇ ਕਿੱਥੋਂ ਕਿੱਥੋਂ ਆਏ ਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਆ ਦੇ ਕਿਤੇ ਐਵੇਂ ਥੋੜੀ ਮਿਲੀ ਹੈ, ਬੜੇ ਜਨਮ ਜਨਮ, ਪਤਾ ਨਹੀਂ ਕਿਤਨੇ ਕੁ ਜਨਮ ਘੁੰਮ 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 ਕੇ ਫਿਰ ਕੇ ਕਿਤੇ ਮਾਲਿਕ ਨੇ ਕਿਰਪਾ ਕੀਤੀ ਹੈ, ਐ ਮਾਨਸ ਜਨਮ ਦਿੱਤਾ ਹੈ। ਸੋਹਣੇ ਹੱਥ ਦਿੱਤੇ ਹਨ, ਅੱਖਾਂ ਦਿੱਤੀਆਂ ਹਨ, ਪੈਰ ਦਿੱਤੇ ਹਨ, ਕਿੱਡਾ ਸੋਹਣਾ ਸਰੀਰ ਦਿੱਤਾ ਹੈ। ਮਨ ਨੂੰ ਪੁੱਛਣਾ ਚਾਹੀਦਾ ਹੈ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਏ। ਇੱਕ ਹੁਕਮੀ ਸਦਾ ਭਵਾਈ ਹੈ, ਜਿੱਦਾਂ ਦੇ ਕਰਮ ਕਰਦੇ ਹਨ ਜੀਵ। ਹੁਕਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਫਿਰ ਮੁੜ ਮੁੜ ਕੇ ਜਨਮ ਤੇ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਹਨ। ਭਵਾਈ ਹੈ, ਭਵਾਈ ਦੇ ਹਨ। ਪੂਰੀ ਦੁਨੀਆ ਦੇ ਜੀਵ ਚੌਹਾਂ ਖਾਣੀਆਂ ਦੇ, ਚਾਰੇ ਖਾਣੀ ਚਾਰੇ ਪਾਣੀ, ਚੌਪੜ ਕੀਤੇ ਚਾਰ ਜੁਗਾ, ਸਾਰੇ ਹੁਕਮ ਵਿੱਚ ਹਨ। ਬੰਦਾ ਐਵੇਂ ਕਹਿੰਦਾ ਹੈ, ਆ ਮੇਰੇ ਹੁਕਮ ਵਿੱਚ ਹੈ, ਉਹ ਮੇਰੇ ਹੁਕਮ ਵਿੱਚ ਹੈ, ਤੈਨੂੰ ਕੌਣ ਸਮਝਾਵੇ। ਜ਼ਰਰਾ ਜ਼ਰਰਾ ਪੱਤਾ ਪੱਤਾ ਮਾਲਿਕ ਦੇ ਹੁਕਮ ਦੇ ਵਿੱਚ ਹੈ, ਅਕਾਲ ਪੁਰਖ ਜੀ ਦੇ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੈ। ਤੂੰ ਕੀ ਚੀਜ਼ ਹੈ। तेरी ते ताकत भी तेरे हाथ नहीं, इसका बल नहीं इस हाथ, करन करावन सर्ब को नाथ। हुक्म अंदर सब को बाहर हुक्म न को। हर एक जीव, ਹਰ ਬੰਦਾ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੈ। ਇਹਨੂੰ ਭੁਲੇਖਾ ਹੈ ਕਿ ਮੇਰੇ ਸਿਰ ਤੇ ਕੋਈ ਨਹੀਂ। ਭੁੱਲਿਆ ਫਿਰਦਾ ਹੈ ਭਰਮ ਦੇ ਵਿੱਚ, ਭੁਲੇਖੇ ਦੇ ਵਿੱਚ। ਗੁਰਬਾਣੀ ਸੁਣੇ ਤੇ ਇਸ ਨੂੰ ਪਤਾ ਲੱਗੇ ਨਾ ਕਿ ਕੋਈ ਵੀ ਜੀਵ ਜਿਹੜਾ ਹੈ ਹੁਕਮ ਤੋਂ ਬਾਹਰ ਨਹੀਂ। ਵੱਡੀਆਂ ਵੱਡੀਆਂ ਹਸਤੀਆਂ, ਸੂਰਜ, ਚੰਦਰਮਾ, ਧਰਤੀਆਂ ਜਿੰਨੀਆਂ ਵੀ ਹਨ, ਪਾਤਾਲ, ਆਕਾਸ਼, ਵੱਡੇ ਵੱਡੇ ਜੰਗਲਾਂ ਦੇ ਬੂਟੇ, ਕਿਹੜਾ ਕਿਹੜਾ ਨਾਮ ਲਈਏ, ਸਾਰੇ ਹੁਕਮ ਦੇ ਵਿੱਚ ਹਨ। ਭੈ ਵਿੱਚ ਪਵਨ ਵਹਿ ਸਦ ਬਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਕਿੱਡੀਆਂ ਕਿੱਡੀਆਂ ਹਸਤੀਆਂ ਜਿਹੜੀਆਂ ਹਨ ਉਹ ਹੁਕਮ ਵਿੱਚ ਹਨ ਮਾਲਕ ਦੇ, ਅਕਾਲ ਪੁਰਖ ਜੀ ਦੇ। ਐ ਬੰਦਿਆ ਤੂੰ ਕੀ ਚੀਜ਼ ਹੈ। ਹੁਕਮ ਤੋਂ ਤੂੰ ਬਾਹਰ ਨਹੀਂ ਹੋ ਸਕਦਾ। ਹੁਕਮ ਅਨੁਸਾਰ ਵਾਹਿਗੁਰੂ ਜੀ ਨੇ ਉਹਨਾਂ ਦੇ ਹੁਕਮ ਨਾਲ ਤੂੰ ਆਇਆ ਹੈ। ਕੱਲੇ ਆਵਹਿ ਨਾਨਕਾ, those who are sent come, O Nanak, when they are come back, ਜਦੋਂ ਹੁਕਮ ਆ ਗਿਆ ਕਿ ਵਾਪਸ ਆ ਜਾ, ਕੋਈ ਵੀ ਹੋਵੇ, they depart and go, ਉਸੇ ਵੇਲੇ ਉਹਨਾਂ ਕੱਪੜਿਆਂ ਵਿੱਚ, ਉਸੇ ਹਾਲਾਤ ਵਿੱਚ ਤੁਰਨਾ ਪੈਂਦਾ ਹੈ। ਜੋ ਡਿਕਰੀ ਵਿੱਚ, ਕਿਸਮਤ ਵਿੱਚ, ਭਾਗਾਂ ਵਿੱਚ ਲਿਖਿਆ ਹੋਇਆ ਹੈ, as his decree is issued, so is his command obeyed. Everyone is subject to his command. No one is beyond his command. बाहर हुक्म न कोई। नानक हुक्म जे बुझै, तहों मैं कह न कोय।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਅੱਜ ਦੂਜੀ ਪੌੜੀ ਦੀ ਕਥਾ ਹੋਈ ਹੈ। ਜੇ ਕੋਈ ਵਾਹਿਗੁਰੂ ਜੀ ਦੇ ਅਕਾਲ ਪੁਰਖ ਜੀ ਦੇ ਹੁਕਮ ਨੂੰ ਸਮਝ ਲਵੇ ਗੁਰਬਾਣੀ ਸੁਣ ਸੁਣ ਕੇ, ਤਾਂ ਫਿਰ ਉਹ ਆਪਾ ਭਾਵ ਨਹੀਂ ਦਿਖਾਉਂਦਾ। ਕਬੀਰ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਵਾਹਿਗੁਰੂ ਵਾਹਿਗੁਰੂ, ਇੱਕ ਇੱਕ ਸਾਹ ਜਿਹੜਾ ਹੈ ਉਹਦੇ ਨਾਲ ਜਪਦਾ ਰਹਿੰਦਾ ਹੈ, ਗੁਰਬਾਣੀ ਨੂੰ ਮੰਨਦਾ ਹੈ, ਸਾਸ ਸਾਸ ਸਿਮਰੋ ਗੋਬਿੰਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, one who understands his command does not speak in ego। ਅੱਜ ਦੀ ਕਥਾ ਇਹ ਦੂਜੀ ਪੌੜੀ ਹੈ। ਜੇ ਸਤਿਗੁਰਾਂ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਬਾਬਾ ਜੀ ਨੂੰ ਚੰਗਾ ਲੱਗਾ, ਦਾਸ ਵੀ ਹੁਣ ਬਿਰਧ ਹੁੰਦਾ ਜਾਂਦਾ ਹੈ, 70 ਸਾਲ ਉਮਰ ਹੋ ਚੱਲੀ ਹੈ, ਕਿਆ ਜਾਣਾ ਜਿੰਦੜੀ ਸਾਹ ਆਵੇ ਕਿ ਨਾ ਆਵੇ ਰਾਮ। ਅਗਲੀਆਂ ਪੌੜੀਆਂ ਜਿਹੜੀਆਂ ਹਨ, 38 ਪੌੜੀਆਂ ਹਨ, 38 ਪੌੜੀਆਂ ਹਨ ਜਪਜੀ ਸਾਹਿਬ ਜੀ ਦੀਆਂ। ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਤਰਸ ਕੀਤਾ, ਦਇਆ ਕੀਤੀ, ਮਿਹਰ ਕੀਤੀ, ਆਪਾਂ ਰਲ ਮਿਲ ਕੇ ਪੜਾਂਗੇ ਵੀ, ਸੁਣਾਂਗੇ ਵੀ, ਆਪਣਾ ਭਲਾ ਵੀ ਲੋੜਾਂਗੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ। ਅੱਗੋਂ ਤੀਸਰੀ ਪੌੜੀ, ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਰਹਿਮ ਕੀਤਾ, ਤਾਂ ਪੜਾਂਗੇ ਗਾਵੇ ਕੋ ਤਾਣ, ਹੋਵੇ ਕਿਸੈ ਤਾਣ। GVL ਗੁਰਬਾਣੀ ਸੇਵਾ ਤੋਂ ਦਾਸ ਦਿਲਬਾਗ ਸਿੰਘ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਦਾ ਕੂਕਰ, ਹਮ ਕੂਕਰ ਤੇਰੇ ਦਰਬਾਰ। ਆਲ ਵਰਲਡ ਦੀਆਂ ਸੰਗਤਾਂ ਦਾ ਸੇਵਾਦਾਰ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਖਲੋਤਾ ਹੈ, ਮੈਨੂੰ ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ। ਗੁਰਮੁਖੀ ਵਿੱਚ ਗੁਰਬਾਣੀ ਪੜ੍ਹਦੇ ਹਾਂ, ਅੰਗਰੇਜ਼ੀ ਵਿੱਚ ਪੜ੍ਹਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਮੈਨੂੰ ਖਿਮਾ ਕਰ ਦਿਓ। ਸੰਗਤ ਰੱਬ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਲ ਵਰਲਡ ਦੀ ਸੰਗਤ ਦੇ ਅੱਗੇ ਮੈਂ ਝੋਲੀ ਅੱਡਦਾ ਹਾਂ, ਮੈਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਹੈ, ਜ਼ਰੂਰ ਸਰਵਣ ਕਰਿਆ ਕਰੋ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਜਿਨ੍ਹਾਂ ਨੂੰ ਨਿਉ ਹੈ, ਪ੍ਰੇਮ ਹੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਅੱਗੋਂ ਪੜਾਂਗੇ ਵੀ, ਸੁਣਾਂਗੇ ਵੀ, ਗਾਵੇ ਕੋ ਤਾਣ, ਹੋਵੇ ਕਿਸੈ ਤਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।